ਤੁਸੀਂ 1984 ਤੋਂ ਬਾਅਦ ਵੀ ਇਹੋ ਜਿਹੇ ਦ੍ਰਿਸ਼ ਨੇ ਜਿਹੜੇ ਦੇਖੇ ਸੀ, ਇਹ ਹੈ ਕੀ ਚੀਜ਼? 16ਵੀਂ ਸਦੀ ਦੇ ਵਿੱਚ ਜਦੋਂ ਦਰਬਾਰ ਸਾਹਿਬ ਬਣੇ ਉਦੋਂ ਇਹ ਇੱਕ ਤਰ੍ਹਾਂ ਦੇ ਚੈਨਲ ਸੀ ਜਿਹੜੇ ਉਹ ਬਣਾਏ ਗਏ। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਟੈਕ ਦੇ ਦੌਰਾਨ ਇੱਥੋਂ ਨਿਕਲ ਗਏ। ਅੱਛਾ। ਹਾਲਾਂਕਿ ਅਫਵਾਹ ਸੀ ਤੇ ਝੂਠ ਸੀ। ਜਿਨ੍ਹਾਂ ਨੂੰ ਹੰਸਲੀ ਦਾ ਨਾਮ ਦਿੱਤਾ ਜਾਂਦਾ ਸੀ, ਆਮ ਤੌਰ ਤੇ ਛੋਟੀਆਂ ਨਾਨਕਸ਼ਾਹੀ ਇੱਟਾਂ ਦੇ ਬਣਾਏ ਜਾਂਦੇ ਸੀ, ਤੇ ਇਹ ਇਹੋ ਜਿਹੀਆਂ ਦਿਖਦੀਆਂ ਸੀ ਜਿਹੜੀਆਂ ਬਿਲਕੁਲ ਇਸ ਤਰ੍ਹਾਂ ਦੀਆਂ ਉਹਦੀਆਂ ਡਾਟਾਂ ਲੱਗੀਆਂ ਹੋਈਆਂ। ਹਾਂਜੀ, ਤੁਹਾਨੂੰ ਯਾਦ ਹੈ ਉਹ ਜਿਹੜੀਆਂ ਉਦੋਂ ਹੰਸਲੀਆਂ ਮਿਲੀਆਂ ਸੀ ਪਾਣੀ ਵਾਲੀਆਂ, ਉਹ ਕਨਫਰਮ ਸੀ ਕਿ ਪਾਣੀ ਦੀਆਂ ਹੰਸਲੀਆਂ ਨੇ, ਫਿਰ ਉਹਨਾਂ ਦਾ ਕੀ ਕੀਤਾ ਗਿਆ ਉਸ ਵੇਲੇ? ਮੀਡੀਆ ਦੇ ਲਈ ਅਸੀਂ ਇੱਕ ਹਮੇਸ਼ਾ ਤਮਾਸ਼ਾ ਬਣਾਉਂਦੇ ਆ ਸਿੱਖਾਂ ਦੀਆਂ, ਭਾਵੇਂ ਉਹ ਇਮਾਰਤਾਂ ਹੋਣ, ਭਾਵੇਂ ਕੋਈ ਵਿਚਾਰ ਦੀ ਗੱਲ ਹੋਵੇ। ਮੈਨੂੰ ਗੱਲ ਚੰਗੀ ਨਹੀਂ ਲੱਗਦੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ। ਕਿਉਂ ਲੱਗਦਾ ਤੁਹਾਨੂੰ ਵੀ ਰਾਜਨੀਤੀ ਹੋ ਰਹੀ ਹੈ? ਅਸੀਂ ਕਾਰ ਸੇਵਾ ਦੇ ਨਾਂ ਤੇ ਕਿੰਨੇ ਹੀ ਅਸੀਂ ਸੰਗਮਰਮਰ ਲਾ ਕੇ ਜਿਹੜੀ ਉਹਦੀ ਅਸਲੀ ਜਿਹੜੀ ਹਾਂਜੀ ਮੌਲਿਕ ਜਿਹੜੀ ਉਹਦੀ ਦਿੱਖ ਸੀ ਉਹ ਅਸੀਂ ਬਿਲਕੁਲ ਖਤਮ ਕਰ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਪਾਸੇ ਜਿਹੜੀ ਖੁਦਾਈ ਚੱਲ ਰਹੀ ਸੀ SGPC ਦੇ ਵੱਲੋਂ, ਕਾਰ ਸੇਵਾ ਵਾਲੇ ਬਾਬਾ ਪੂਰੀ ਵਾਲੇ ਜਿਹੜੇ ਬਾਬਾ ਹੈਗੇ ਨੇ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ ਹੈ। ਸੋ ਇਸ ਸੇਵਾ ਦੇ ਦੌਰਾਨ, ਕਾਰ ਸੇਵਾ ਦੇ ਦੌਰਾਨ ਜਿਹੜੇ ਕੁਝ ਇਮਾਰਤਾਂ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਵਿਰਾਸਤੀ ਇਮਾਰਤਾਂ ਮਿਲੀਆਂ ਨੇ ਤੇ ਇੱਕ ਝੜਪ ਹੈ ਜਿਹੜੀ ਉਹ ਵੀ ਹੋਈ ਹੈ, ਕਿਉਂਕਿ ਭਾਈ ਬਲਦੇਵ ਸਿੰਘ ਵਡਾਲਾ ਉੱਥੇ ਪਹੁੰਚੇ ਕਿ ਇਹ ਖੁਦਾਈ ਦਾ ਕੰਮ ਰੋਕਿਆ ਜਾਵੇ, ਇਹਨਾਂ ਜਿਹੜੀਆਂ ਵੀ ਇਹ ਇਮਾਰਤਾਂ ਜਾਂ ਜੋ ਵੀ ਨਮੂਨਾ ਮਿਲਿਆ ਹੈ ਧਰਤੀ ਦੇ ਅੰਦਰੋਂ ਉਸ ਨੂੰ ਢਾਇਆ ਨਾ ਜਾਵੇ। SGPC ਦੀ ਟਾਸਕ ਫੋਰਸ ਹੈ ਜਿਹੜੀ ਉਹ ਵੀ ਉੱਥੇ ਮੌਜੂਦ ਸੀ। ਦੋਵਾਂ ਧਿਰਾਂ ਦੇ ਵਿਚਾਲੇ ਟਕਰਾਅ ਹੁੰਦਾ ਹੈ ਤੇ ਹੁਣ ਸਭ ਦੇ ਮਨ 'ਚ ਸਵਾਲ ਇਹੀ ਉੱਠ ਰਿਹਾ ਹੈ ਕਿ ਇਹ ਜਿਹੜੀਆਂ ਅੰਦਰ ਢਾਂਚੇ ਮਿਲੇ ਨੇ ਉਹ ਹੈ ਕੀ ਨੇ? ਕੀ ਉਹ ਕੋਈ ਪੁਰਾਣੀ ਵਿਰਾਸਤੀ ਇਮਾਰਤ ਹੈ ਤਾਂ ਕਿਹੜੀ ਇਮਾਰਤ ਹੈ? ਤਸਵੀਰ ਹੈ ਜਿਹੜੀ ਉਹ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰ ਦੇ ਵਿੱਚ ਜਿਹੜਾ ਇੱਕ ਦਰਵਾਜ਼ਾ ਦਿਖ ਰਿਹਾ ਉਹਦੇ ਅੰਦਰ ਪਾਣੀ ਵੀ ਦਿਖਾਈ ਦੇ ਰਿਹਾ ਹੈ। ਤੇ ਇਹ ਵੀ ਸਾਨੂੰ ਪਤਾ ਲੱਗਿਆ ਕਿ ਅਜਿਹਾ ਜਿਹੜਾ ਢਾਂਚਾ ਹੈ ਉਹ ਜਦੋਂ ਜੂਨ 1984 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤ ਸਰਕਾਰ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਜਦੋਂ ਹਮਲਾ ਕੀਤਾ ਸੀ, ਉਸ ਤੋਂ ਬਾਅਦ ਵੀ ਇਹ ਜਿਹੇ ਜਿਹੜੇ ਢਾਂਚੇ ਨੇ ਉਹ ਮਿਲੇ ਸੀਗੇ। ਸਾਡੇ ਨਾਲ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਇਸ ਵਕਤ ਮੌਜੂਦ ਨੇ ਜਿਹੜੇ ਕਿ 1984 ਦੇ ਹਮਲੇ ਦੇ ਵੀ ਗਵਾਹ ਹੈਗੇ ਨੇ ਤੇ ਉਦੋਂ ਜਿਹੜੀਆਂ ਇਹੋ ਜਿਹੀਆਂ ਇਮਾਰਤਾਂ ਕਹਿ ਸਕਦੇ ਹਾਂ ਮਿਲੀਆਂ ਸੀ ਧਰਤੀ ਅੰਦਰੋਂ, ਉਹਨਾਂ ਨੂੰ ਦੇਖਣ ਦੇ ਵੀ ਗਵਾਹ ਹੈਗੇ ਨੇ, ਪ੍ਰਤੱਖਦਰਸ਼ੀ ਨੇ। ਪ੍ਰੀਤਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਸ਼ੁਕਰੀਆ। ਸੋ ਤੁਸੀਂ ਹੁਣੇ ਆਪਣੀ ਗੱਲ ਹੋ ਰਹੀ ਸੀ ਕਿ ਉੱਥੇ ਜਿਹੜਾ ਹੈਗਾ ਤੁਸੀਂ 1984 ਤੋਂ ਬਾਅਦ ਵੀ ਇਹੋ ਜਿਹੇ ਦ੍ਰਿਸ਼ ਨੇ ਜਿਹੜੇ ਦੇਖੇ ਸੀ, ਇਹ ਹੈ ਕੀ ਚੀਜ਼? ਸਾਰੇ ਹੁਣ ਇਸ ਗੱਲ ਦਾ ਹੀ ਸਵਾਲ ਲੱਭ ਰਹੇ ਨੇ, ਇਸ ਸਵਾਲ ਦਾ ਹੀ ਜਵਾਬ ਲੱਭ ਰਹੇ ਨੇ ਕਿ ਇਹ ਢਾਂਚੇ ਕਾਹਦੇ ਨੇ? ਅਸਲ ਦੇ ਵਿੱਚ ਦੇਖੋ, ਜਿਹੜਾ ਇਸ ਢਾਂਚੇ ਬਾਰੇ ਜਿਹੜੀ ਹੈ ਪੂਰੀ ਜਿਹੜੀ ਡਿਟੇਲ ਹੈ ਉਹ ਤਾਂ ਜਿਹੜਾ ਪੂਰਾ ਸਾਰੀ ਮਹਿਕਮਾ ਹੈ ਉਹੀ ਜਿਹੜਾ ਹੈ ਉਹ ਦੱਸ ਸਕਦਾ ਹੈ। ਪਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਨਾ ਵੱਡਾ ਪ੍ਰਬੰਧ ਹੈ, ਸਾਰਾ ਹੋਰ ਹੈ, ਉਹਨਾਂ ਕੋਲੇ ਕੋਈ ਇਦਾਂ ਦੇ ਪੂਰਾ ਸਾਰੀ ਜਿਹੜੇ ਮਾਹਰ ਨੇ, ਐਕਸਪਰਟ ਨਹੀਂ ਹੈ ਜਿਹੜੇ ਇਹਨਾਂ ਇਮਾਰਤਾਂ ਬਾਰੇ ਦੱਸ ਸਕਣ। ਚੁੱਪ ਕਰਕੇ ਜਿਹੜਾ ਹੈ ਉਹ ਕਾਰ ਸੇਵਾ ਦੇ ਦਿੱਤੀ ਜਾਂਦੀ ਹੈ, ਜਿੱਦਾਂ ਹੁਣ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਹੈ, ਜਾਂ ਪਹਿਲਾਂ ਬਾਬਾ ਖੜਕ ਸਿੰਘ ਕਰਦੇ ਰਹੇ ਨੇ, ਜਾਂ ਹੋਰ। ਤੇ ਦਰਬਾਰ ਸਾਹਿਬ ਤੋਂ ਬਾਅਦ ਤੇ ਹਮਲੇ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਬਾਬਾ ਸੰਤਾ ਸਿੰਘ ਨੇ ਕਾਰ ਸੇਵਾ ਨਾਲ, ਜਿਹਨੂੰ ਸਰਕਾਰੀ ਸੇਵਾ ਦਾ ਨਾਮ ਵੀ ਦਿੱਤਾ ਗਿਆ, ਬਣਾਇਆ, ਤੇ ਉਸ ਤੋਂ ਬਾਅਦ ਜਦੋਂ ਪੰਥਕ ਕਮੇਟੀ ਨੇ ਕਬਜ਼ਾ ਕੀਤਾ ਤੇ ਪੰਥਕ ਕਮੇਟੀ ਨੇ ਸਾਰਾ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਸਾਰੀ ਇਮਾਰਤ ਢਾਹ ਕੇ ਦੁਆਰਾ ਹੇਠੋਂ ਥੜਾ ਸਾਹਿਬ ਜਿਹੜਾ ਛੇਵੇਂ ਪਾਤਸ਼ਾਹ ਵੇਲੇ ਤੋਂ ਸੀ ਉੱਥੋਂ ਉਹ ਜਿਹੜਾ ਸੀ ਉਹ ਕੱਢ ਕੇ ਜਿਹੜਾ ਬਾਬਾ ਖੜਕ ਸਿੰਘ, ਹਾਂਜੀ, ਸੰਗਤ ਦੀ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਕਾਰ ਸੇਵਾ ਸ਼ੁਰੂ ਹੋਈ। ਉਦੋਂ ਵੀ ਜਿਹੜੀਆਂ ਇਦਾਂ ਦੀਆਂ ਜਿਹੜੇ ਸੀ ਸਟਰਕਚਰ ਸੀਗੇ ਉਹ ਦੇਖਣ, ਜਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਈ ਗਈ, ਸਾਰੀ ਥੜਾ ਕੱਢਿਆ ਗਿਆ ਤੇ ਹੇਠੋਂ ਦੁਬਾਰਾ ਉਸਾਰੀ ਸ਼ੁਰੂ ਕੀਤੀ, ਜਦੋਂ ਨਿਉਆਂ ਦੁਬਾਰਾ ਚੱਕੀਆਂ, ਉਦੋਂ ਵੀ ਇਹ ਇਮਾਰਤਾਂ ਸੀ, ਇਸ ਤਰ੍ਹਾਂ ਦੇ ਜਿਹੜਾ ਸਟਰਕਚਰ ਸਾਹਮਣੇ ਆਏ। ਤੇ ਤੁਸੀਂ ਖੁਦ ਉੱਥੇ ਮੌਜੂਦ ਸੀ? ਹਾਂਜੀ, ਹਾਂ। ਇਹ ਕਦੋਂ ਦੀ ਗੱਲ ਹੈ? ਤੁਹਾਨੂੰ ਕੋਈ ਦਿਨ ਯਾਦ ਹੈ? ਨਹੀਂ, ਦਿਨ ਮੈਂ ਪਾਰਟਿਕੂਲਰ ਨਹੀਂ ਤੁਹਾਨੂੰ ਦੱਸ ਸਕਦਾ ਇਹ, ਕਿਉਂਕਿ ਜਦੋਂ ਦਰਬਾਰ ਸਾਹਿਬ ਖੋਲਿਆ ਗਿਆ ਆਮ ਸੰਗਤ ਦੇ ਦਰਸ਼ਨ ਵਾਸਤੇ, ਤੇ ਇਹ ਉਸ ਤੋਂ ਜਿਹੜੀ ਹੈ ਬਾਅਦ ਦੀ ਜਿਹੜੀ ਗੱਲ ਹੈ, ਜਦੋਂ ਯਾਨੀ ਕਿ ਜੂਨ ਜਾਂ ਜੁਲਾਈ ਮਹੀਨੇ? ਨਹੀਂ, ਜੁਲਾਈ ਮਹੀਨੇ ਚ ਨਹੀਂ ਸੀ ਹੋਈ, ਖੋਲਿਆ ਜੁਲਾਈ ਮਹੀਨੇ ਚ ਗਿਆ ਤੇ ਉਸ ਤੋਂ ਬਾਅਦ
ਕਿਉਂਕਿ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਪਹਿਲਾਂ ਕਰ ਦਿੱਤੀ ਗਈ ਸੀ ਤੇ ਜਿਸ ਨੂੰ ਸੰਗਤ ਨੇ ਪ੍ਰਵਾਨ ਨਹੀਂ ਸੀ ਕੀਤਾ। ਸੰਤਾ ਸਿੰਘ ਨੇ ਜਦੋਂ ਕੀਤੀ ਸੀ। ਤੇ ਉਸ ਤੋਂ ਬਾਅਦ ਜਦੋਂ ਮੈਂ ਗਿਆ, ਉਦੋਂ ਮੈਂ ਉੱਥੇ ਪੱਤਰਕਾਰ ਨਹੀਂ ਸੀ, ਮੈਂ ਵੈਸੇ ਗਿਆ ਸੀ ਤੇ ਕਿਉਂਕਿ ਸਾਰਿਆਂ ਨੂੰ ਇੱਕ ਕਿਉਰਿਓਸਿਟੀ ਸੀ, ਪੱਤਰਕਾਰ ਦੇ ਤੌਰ ਤੇ ਮੈਂ ਵਿਦਿਆਰਥੀ ਸੀ ਪੱਤਰਕਾਰੀ ਦਾ, ਮੈਂ ਦੇਖ ਕੇ ਆਵਾਂ ਜਦੋਂ ਕਾਰ ਸੇਵਾ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਪੰਥਕ ਕਮੇਟੀ ਨੇ ਸ਼ੁਰੂ ਕਰਵਾਈ ਸੀ। ਇਹ ਉਦੋਂ ਦੀ ਗੱਲ ਦੱਸ ਰਿਹਾ ਮੈਂ। ਠੀਕ ਹੈ। ਹੁਣ ਉਦੋਂ ਜਿਹੜਾ ਇਹ ਮੰਨਿਆ ਗਿਆ ਸੀ ਵੀ ਇਹ ਜਿਹੜੀਆਂ ਨੇ ਪਾਣੀ ਦੀ ਸਪਲਾਈ ਕਰਨ ਵਾਸਤੇ ਪੁਰਾਣੇ ਸਮਿਆਂ ਦੇ ਵਿੱਚ 16ਵੀਂ ਸਦੀ ਦੇ ਵਿੱਚ ਜਦੋਂ ਦਰਬਾਰ ਸਾਹਿਬ ਬਣੇ, ਉਦੋਂ ਇਹ ਇੱਕ ਤਰ੍ਹਾਂ ਦੇ ਚੈਨਲ ਸੀ ਜਿਹੜੇ ਉਹ ਬਣਾਏ ਗਏ ਤੇ ਚੈਨਲ ਜਿਹੜੇ ਹੈ ਉਹ ਜਿਨ੍ਹਾਂ ਨੂੰ ਹੰਸਲੀ ਦਾ ਨਾਮ ਦਿੱਤਾ ਜਾਂਦਾ ਸੀ, ਆਮ ਤੌਰ ਤੇ ਛੋਟੀਆਂ ਨਾਨਕਸ਼ਾਹੀ ਇੱਟਾਂ ਦੇ ਬਣਾਏ ਜਾਂਦੇ ਸੀ ਤੇ ਇਹ ਇਹੋ ਜਿਹੀਆਂ ਦਿਖਦੀਆਂ ਸੀ ਜਿਹੜੀਆਂ ਬਿਲਕੁਲ ਇਸ ਤਰ੍ਹਾਂ ਦੀਆਂ ਉਹਦੀਆਂ ਡਾਟਾਂ ਲੱਗੀਆਂ ਹੋਈਆਂ। ਹਾਂਜੀ, ਤੇ ਉਹਦਾ ਹੁਣ ਇੱਕ ਇਹ ਵੀ ਦੱਸਦੇ ਆ ਨਾ ਜਿਹੜੇ ਪੁਰਾਣੇ ਮਾਹਰ ਨੇ ਇਮਾਰਤ ਸਾਜੀ ਦੇ, ਉਹ ਕਹਿੰਦੇ ਵੀ ਕਿਉਂਕਿ ਇਹਦੇ ਵਿੱਚੋਂ ਪਾਣੀ ਲੰਘਣਾ ਹੁੰਦਾ ਸੀ ਤੇ ਇਹ ਮਤਲਬ ਕਿ 2 ਟਾਇਰ ਜਾਂ 3 ਟਾਇਰ ਜਿਹੜੀਆਂ ਡਾਟਾਂ ਲੱਗਦੀਆਂ ਸੀ, ਇਹ ਨਹੀਂ ਸੀਗਾ ਵੀ ਹੁਣ ਵਾਲਾ ਟੈਕਨੋਲੋਜੀ ਤਾਂ ਹੈ ਨਹੀਂ ਸੀ ਤੇ ਚੂਨੇ ਦੇ ਵਿੱਚ ਛੋਟੀਆਂ ਇੱਟਾਂ ਦੀਆਂ ਡਾਟਾਂ ਲੱਗਦੀਆਂ ਸੀ ਤੇ ਲਗਾਤਾਰ ਉਹਦੇ ਚੋਂ ਪਾਣੀ ਸਪਲਾਈ ਹੋਣਾ ਹੁੰਦਾ ਸੀ ਤੇ ਇਹ ਸਾਰੀਆਂ ਜ਼ਮੀਨ ਦੋਜ਼ ਹੁੰਦੀਆਂ ਸੀ। ਤੇ ਇਹਨਾਂ ਦਾ ਮਤਲਬ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਦੇ ਨਾਲ ਸੰਬੰਧ ਬਿਲਕੁਲ ਸਰੋਵਰ ਸਾਹਿਬ ਦਰਬਾਰ ਸਾਹਿਬ ਦੇ ਸਰੋਵਰ ਨੂੰ ਪਾਣੀ ਸਪਲਾਈ ਕਰਨ ਵਾਸਤੇ ਜਿਹੜੀਆਂ ਸੀ ਇਹ ਬਣਾਈਆਂ ਸੀ। ਹੁਣ ਇਹ ਸਮਝ ਤਾਂ ਅਜੇ ਪੁਰਾਸਾਰੀ ਮਾਹਰ ਹੀ ਦੱਸ ਸਕਦੇ ਨੇ ਕਿ ਵਾਕਈ ਇਹ ਸਟਰਕਚਰ ਵੀ ਉਸੇ ਜਿਹੜਾ ਹੈਗਾ ਵਾਟਰ ਚੈਨਲ ਦਾ ਹਿੱਸਾ ਹੈ ਜਿਹੜਾ ਦਰਬਾਰ ਸਾਹਿਬ ਨੂੰ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਸੀ। ਕਿਉਂਕਿ ਉਦੋਂ ਇੱਕ ਇਹ ਚਰਚਾ ਵੀ ਬੜੀ ਚੱਲੀ ਸੀ ਜਦੋਂ ਸਾਰਾ ਕੁਝ ਹੋਇਆ, ਦਰਬਾਰ ਸਾਹਿਬ ਤੇ ਅਟੈਕ ਵੀ ਹੋ ਗਿਆ ਹੋਰ, ਤੇ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵੀ ਜਿਹੜੀਆਂ ਹੈ ਨਸ਼ਰ ਹੋ ਗਈਆਂ, ਉਹਨਾਂ ਦਾ ਸੰਸਕਾਰ ਵੀ ਹੋ ਗਿਆ, ਸ਼ਨਾਖਤ ਵੀ ਹੋ ਗਈ। ਉਦੋਂ ਬਾਅਦ ਇੱਕ ਅਫਵਾਹ ਬੜੀ ਫੈਲਦੀ ਰਹੀ, ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੀ ਨੇ ਵੀ, ਬਾਬਾ ਜੋਗਿੰਦਰ ਸਿੰਘ ਨੇ ਵੀ ਕਦੇ ਇਹਨੂੰ ਡਿਨਾਈ ਨਹੀਂ ਸੀ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਟੈਕ ਦੇ ਦੌਰਾਨ ਇੱਥੋਂ ਨਿਕਲ ਗਏ। ਹਾਲਾਂਕਿ ਅਫਵਾਹ ਸੀ ਤੇ ਝੂਠ ਸੀ, ਤੇ ਕਿਉਂਕਿ ਉਹਨਾਂ ਦੇ ਭਰਾ ਨੇ ਉਹਨਾਂ ਦੀ ਕੈਪਟਨ ਹਰਚਰਨ ਸਿੰਘ ਨੇ ਸ਼ਨਾਖਤ ਕੀਤੀ ਸੀਗੀ ਤੇ ਆ ਕੇ ਹਾਂਜੀ ਸ਼ਹੀਦੀ ਦੀ, ਤੇ ਉਦੋਂ ਵੀ ਇਹ ਚਰਚਾ ਚੱਲ ਰਹੀ ਸੀ ਕਿ ਜਿਹੜੀ ਪਾਣੀ ਵਾਲੀ ਹੰਸਲੀ ਹੈ ਜਿਹੜੀ ਜਿਹਦੇ ਰਾਹੀਂ ਦਰਬਾਰ ਸਾਹਿਬ ਸਰੋਵਰ ਨੂੰ ਪਾਣੀ ਆਉਂਦਾ ਸੀ, ਉਹਦੇ ਰਾਹੀਂ ਉਹ ਨਿਕਲ ਗਏ। ਤੇ ਹਾਂ, ਕਿਉਂਕਿ ਜਦੋਂ ਕਾਰ ਸੇਵਾ ਵੇਲੇ ਇਸ ਤਰ੍ਹਾਂ ਦੀਆਂ ਜਿਹੜੀ ਉਹ ਹੰਸਲੀ ਸਾਹਮਣੇ ਆਈ ਤੇ ਉਦੋਂ ਇਹ ਗੱਲ ਇੱਕ ਪ੍ਰਤੱਖ ਆਈ ਕਿ ਵਾਕਈ ਜਿਹੜੀ ਸੀ ਇਹ ਗੱਲ ਅਫਵਾਹ ਜਿਹੜੀ ਹੈ ਇਹ ਸੱਚੀ ਹੋ ਸਕਦੀ ਸੀ, ਕਿਉਂਕਿ ਇਹਦਾ ਆਕਾਰ ਬਹੁਤ ਵੱਡਾ ਹੈ। ਇਸ ਤਰ੍ਹਾਂ ਜਿਵੇਂ ਕੋਈ ਡਿਊਟੀ ਦੇ ਵਿੱਚੋਂ ਬੰਦਾ ਲੰਘ ਸਕਦਾ ਆਰਾਮ ਦੇ ਨਾਲ। ਪਾਣੀ ਨਾਲ ਭਰੀਆਂ ਹੁੰਦੀਆਂ ਸੀ? ਨਹੀਂ, ਪਾਣੀ ਨਾਲੋਂ ਪੂਰੀਆਂ ਨਹੀਂ ਸੀ, ਲਬਾਲਬ ਨਹੀਂ ਸੀ, ਜਿਵੇਂ ਪਾਈਪ ਭਰੀ ਹੁੰਦੀ ਹੈ ਇਦਾਂ ਨਹੀਂ ਸੀ ਭਰੀਆਂ ਹੁੰਦੀਆਂ, ਤੇ ਕਿਉਂਕਿ ਪਾਣੀ ਉਹਨਾਂ 'ਚ ਚੱਲਦਾ ਸੀ, ਉਹਨਾਂ ਦੇ ਵਿੱਚੋਂ ਲੰਘਿਆ ਜਾ ਸਕਦਾ ਕਿਉਂਕਿ ਉੱਪਰੋਂ ਉਹ ਬੰਦ ਕੀਤੀਆਂ ਹੁੰਦੀਆਂ ਸੀ ਡਾਟ ਇੱਟਾਂ ਜਿਹੜੀਆਂ ਡਾਟਾਂ ਲਾ ਕੇ, ਜਿਸ ਤਰ੍ਹਾਂ ਪੁਰਾਣੀ ਇੱਕ ਟੈਕਨੋਲੋਜੀ ਸੀ ਇਮਾਰਤ ਸਾਜੀ ਦੀ। ਸੋ ਮੈਂ ਸਮਝਦਾ ਉਦੋਂ ਤੁਹਾਨੂੰ ਯਾਦ ਹੈ ਉਹ ਜਿਹੜੀਆਂ ਉਦੋਂ ਹੰਸਲੀਆਂ ਮਿਲੀਆਂ ਸੀ ਪਾਣੀ ਵਾਲੀਆਂ, ਉਹ ਕਨਫਰਮ ਸੀ ਕਿ ਪਾਣੀ ਦੀਆਂ ਹੰਸਲੀਆਂ ਨੇ, ਫਿਰ ਉਹਨਾਂ ਦਾ ਕੀ ਕੀਤਾ ਗਿਆ ਉਸ ਵੇਲੇ? ਨਹੀਂ, ਉਹ ਦੇਖੋ ਜਦੋਂ ਅਕਾਲ ਤਖਤ ਸਾਹਿਬ ਦੀ ਉਸਾਰੀ ਜਦੋਂ ਹੋਈ ਹੈ ਤੇ ਆਲੇ ਦੁਆਲੇ ਸਾਰਾ ਸਾਫ਼ ਕਰਕੇ ਜਾਂ ਹੋਰ ਹੈ, ਤੇ ਉੱਥੋਂ ਥੱਲੋਂ ਦੁਬਾਰਾ ਨੀਹਾਂ ਚੁੱਕਣੀਆਂ ਸੀ, ਜਿੱਥੋਂ ਪਹਿਲਾਂ ਪੁਰਾਤਨ ਜਿਹੜਾ ਅਕਾਲ ਤਖਤ ਸਾਹਿਬ ਸੀ ਉੱਥੇ ਉਹ ਨੀਹਾਂ ਚੁੱਕੀਆਂ ਗਈਆਂ ਸੀ। ਉਹ ਤਾਂ ਕਿਉਂਕਿ ਨੀਚੇ ਪਹਿਲੇ ਜ਼ਮੀਨ ਦੋਜ਼ ਸੀ, ਉਹ ਜ਼ਮੀਨ ਦੇ ਵਿੱਚ ਹੀ ਰਹਿਣ ਦਿੱਤੀਆਂ ਗਈਆਂ। ਹੁਣ ਵੀ ਹੰਸਲੀ ਜਿਹੜੀ ਆ ਉਹ ਜ਼ਮੀਨ ਦੋਜ਼ ਹੀ ਹੈ, ਤੇ ਹੁਣ ਇਹ ਤਾਂ ਦੇਖੋ ਜਿਹੜੇ ਮਾਹਰ ਦੱਸ ਸਕਦੇ ਵੀ ਵਾਕਈ ਜਿਹੜੀ ਇਹ ਇਮਾਰਤ ਹੈ ਤੇ ਇਹ ਉਹਦਾ ਹਿੱਸਾ ਹੈ। ਦੂਸਰੀ ਗੱਲ ਜਿਹੜਾ ਹੈ, ਮੈਂ ਸਮਝਦਾ ਜਿਹੜੀ ਮੈਨੂੰ ਗੱਲ ਚੰਗੀ ਨਹੀਂ ਲੱਗਦੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ। ਕਿਉਂ ਲੱਗਦਾ ਤੁਹਾਨੂੰ ਵੀ ਰਾਜਨੀਤੀ ਹੋ ਰਹੀ ਹੈ? ਰਾਜਨੀਤੀ ਇਸ ਕਰਕੇ ਲੱਗਦੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ ਜਥੇਦਾਰ ਜਿਹੜੇ ਹੈਗੇ ਆ ਬਲਦੇਵ ਸਿੰਘ ਜੋ ਹੈ ਉਹ ਸਾਹਮਣੇ ਆਏ ਨੇ ਇਸ ਗੱਲ ਨੂੰ ਲੈ ਕੇ ਕਿ ਇਹ ਸਾਡਾ ਜਿਹੜਾ ਹੈਗਾ ਇਹ ਪੁਰਾਤਨ ਸਾਡਾ ਪੂਰਾ ਸਾਰੀ ਢਾਂਚਾ ਹੈ ਜਾਂ ਸਾਡੀ ਇੱਕ ਵਿਰਾਸਤ ਹੈ। ਤੇ ਮੈਂ ਸਮਝਦਾ ਕਿ ਦਰਬਾਰ ਸਾਹਿਬ ਦੀ ਜੇ ਉਦਾਂ ਵਿਰਾਸਤ ਦੇ ਪਿੱਛੇ ਅਸੀਂ ਹੁਣ ਲੜਦੇ ਰਹੀਏ ਜਾਂ ਹੋਰ ਹੈ, ਕਿਉਂਕਿ ਉਹ ਤਾਂ ਪਹਿਲੀ ਗੱਲ ਤਾਂ ਕਿਤੇ ਰਹੀ ਨਹੀਂ, ਤੇ ਜੇ ਸੰਭਾਲ ਸਕਦੇ ਇਸ ਤਾਂ ਜਿਹੜਾ ਹਿੱਸਾ ਬ੍ਰਹਮਬੂਟਾ ਵਾਲੇ ਪਾਸੇ ਸੀ ਪਰਿਕਰਮਾ ਦਾ ਲੰਬਾ ਸਮਾਂ ਜਿਹਦਾ ਕੇਸ ਚੱਲਦਾ ਰਿਹਾ, ਤੇ ਹੁਣ ਕਿਤੇ ਜਾ ਕੇ ਉਹ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਤੇ ਉਹ ਵੀ ਨਹੀਂ ਅਸੀਂ ਸੰਭਾਲ ਸਕੇ, ਕਿਉਂਕਿ ਉਹਨਾਂ ਦਾ ਹਿੱਸਾ ਇੱਕ ਪੁਰਾਣੀ ਜਿਹੜੀ ਪਰਿਕਰਮਾ ਦਾ ਹਿੱਸਾ ਸੀ। ਤੇ ਉਸ ਤੋਂ ਬਾਅਦ ਜਿਹੜੇ ਦੇਖੋ ਬੁੰਗੇ ਨੇ, ਰਾਮਗੜੀਏ ਬੁੰਗੇ, ਉਹ ਵੀ ਦਰਬਾਰ ਸਾਹਿਬ ਤੇ ਅਟੈਕ ਤੋਂ ਪਹਿਲਾਂ ਇੱਕ ਉਹਨਾਂ ਦੀ ਇੱਕ ਖਾਸ ਦਿੱਖ ਸੀ, ਪੁਰਾਤਨ ਦਿੱਖ ਸੀ। ਤੇ ਮੈਂ ਤੁਹਾਨੂੰ ਯਾਦ ਕਰਾਵਾਂ, ਨਾਨਕ ਸਿੰਘ ਦੇ ਨਾਵਲ ਦੇ ਉੱਪਰ ਇੱਕ ਫਿਲਮ ਬਣੀ ਹੈ ਹਿੰਦੀ ਦੀ, ਜੀਵਨ ਸੰਗਰਾਮ। ਤੁਸੀਂ ਉਹਨਾਂ ਜੀਵਨ ਸੰਗਰਾਮ ਫਿਲਮ ਦੇ ਵਿੱਚ ਉਹਨਾਂ ਬੁੰਗਿਆਂ ਦੀ ਸ਼ੂਟਿੰਗ ਹੈ, ਤੁਸੀਂ ਦੇਖ ਸਕਦੇ ਹੋ ਉਹਨਾਂ ਬੁੰਗਿਆਂ ਦੀ ਜਿਹੜੀ ਅਸਲੀ ਦਿੱਖ ਸੀ, ਬਣਤਰ ਸੀ। ਤੇ ਹੁਣ ਉਹਨਾਂ ਦੀ ਬਣਤਰ ਵੀ ਬਦਲ ਦਿੱਤੀ, ਉੱਤੇ ਮਮਟੀਆਂ ਬਣਾ ਕੇ ਹੋਰ ਜਾਂ, ਤੇ ਉਹੀ ਸ਼ਾਇਦ ਹੋ ਸਕਦਾ ਭਾਈ ਬਲਦੇਵ ਸਿੰਘ ਵਡਾਲਾ ਉਸੇ ਡਰ ਦੇ ਵਿੱਚ ਵੀ ਜੇ ਇਹ ਕੋਈ ਵਿਰਾਸਤੀ ਇਮਾਰਤ ਹੋਵੇ ਇਹ ਵੀ ਨਾ ਢਾਹ ਦਿੱਤਾ ਜਾਵੇ, ਹੋ ਸਕਦਾ ਇਸ ਕਰਕੇ ਵਿਰੋਧ ਕਰਦੇ ਹੋਣ। ਆਪਾਂ ਇਹਨੂੰ ਸਿਆਸਤੀ ਕਿਉਂ ਸਮਝਦੇ? ਨਹੀਂ, ਦੇਖੋ ਮੈਂ ਕਹਿਣਾ ਵੀ ਜੇ ਪਾਣੀ ਦੀਆਂ ਹੰਸਲੀਆਂ ਵੀ ਹੈ ਤਾਂ ਵੀ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਜਾ ਸਕਦਾ। ਤੇ ਉਹਨਾਂ ਦੀ ਮਤਲਬ ਹਾਲੇ ਵੀ ਇੰਪੋਰਟੈਂਸ ਹੈ, ਕਿਉਂਕਿ ਪਾਣੀ ਤਾਂ ਦਿਖ ਰਿਹਾ ਹੈ। ਹਾਂ, ਨਹੀਂ, ਉਹ ਇਸ ਕਰਕੇ ਵੀ ਇੰਪੋਰਟੈਂਸ ਹੈ ਕਿਉਂਕਿ ਉਹ ਇੱਕ ਇਮਾਰਤ ਸਾਜੀ ਦਾ
ਇੱਕ ਸਾਡੇ ਕੋਲੇ ਪੁਰਾਤਨ ਜਾਂ ਪੁਰਾਸਾਰੀ ਇੱਕ ਨਮੂਨਾ ਹੈ ਜਿਹਨੂੰ ਅਸੀਂ ਦਿਖਾ ਸਕਦੇ ਹਾਂ, ਕਿਸੇ ਤਰੀਕੇ ਦੇ ਨਾਲ ਉਹਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਉਹਨੂੰ ਢਾਉਣਾ ਹੀ ਹੈ ਜਾਂ ਦੁਬਾਰਾ ਜ਼ਮੀਨ ਦੇ ਥੱਲੇ ਹੀ ਦੱਬਣਾ, ਤੇ ਇਹ ਹੈਗਾ ਕਿ ਉਹਨੂੰ ਬਚਾਇਆ ਜਾ ਸਕਦਾ। ਪਰ ਸਿਰਫ ਇਹ ਕਹਿਣਾ ਵੀ ਇਹਦੇ ਸਿਰਫ ਨਾਲ ਜਿਹੜਾ ਹੈ ਵੀ ਕਿਉਂਕਿ ਇਹ ਇੱਕ ਸਾਡਾ ਵਿਰਾਸਤੀ ਢਾਂਚਾ, ਮੈਂ ਕਹਿੰਦਾ ਬਿਲਕੁਲ ਵਿਰਾਸਤੀ ਢਾਂਚੇ ਸੀਗੇ। ਯਾਨੀ ਤੁਹਾਡੇ ਕਹਿਣਾ ਮਤਲਬ ਵਿਰਾਸਤ ਅਸੀਂ ਪਹਿਲਾਂ ਹੀ ਕਿੰਨੀ ਤਬਾਹ ਕਰਤੀ। ਨਹੀਂ, ਬਿਲਕੁਲ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਮੈਂ ਇਹ ਸਮਝਦਾ ਕਿ ਅਸੀਂ ਕਾਰ ਸੇਵਾ ਦੇ ਨਾਂ ਤੇ ਕਿੰਨੇ ਹੀ ਅਸੀਂ ਸੰਗਮਰਮਰ ਲਾ ਕੇ ਜਿਹੜਾ ਉਹਦਾ ਜਿਹੜੀ ਉਹਦੀ ਅਸਲੀ ਜਿਹੜੀ ਹਾਂਜੀ ਮੌਲਿਕ ਜਿਹੜੀ ਉਹਦੀ ਦਿੱਖ ਸੀ ਉਹ ਅਸੀਂ ਬਿਲਕੁਲ ਖਤਮ ਕਰ ਦਿੱਤੀ ਹੈ। ਤੇ ਜੇ ਮੈਂ ਤਾਂ ਕਹਿੰਦਾ ਵੀ ਚੰਗੀ ਗੱਲ ਹੈ ਜੇ ਇਹਨੂੰ ਕਿਸੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਹੋਵੇ ਜਾਂ ਇਹ ਸੰਭਵ ਹੋਵੇ ਸੰਭਾਲਣਾ, ਤੇ ਪਰ ਕਿਉਂਕਿ ਉਹ ਚੀਜ਼ ਹੈ ਜਿਹੜੀ ਉਹ ਪਾਣੀ ਦੇ ਜਿਹੜੀ ਹੈ ਥੱਲੇ ਹੀ ਰਹਿਣਾ ਹੁੰਦਾ, ਪਹਿਲਾਂ ਵੀ ਉਹ ਥੱਲੇ ਹੀ ਸੀ। ਜੇ ਖੁਦਾਈ ਕੀਤੀ ਗਈ ਹੈ ਤਾਂ ਦੇਖੋ ਇੱਕ ਟੈਕਨੀਕਲ ਗੱਲ ਹੈ, ਇਹ ਤਾਂ ਖੈਰ ਮਾਹਰ ਤੇ ਜ਼ਿਆਦਾ ਦੱਸ ਸਕਦੇ ਆ ਕਿਉਂਕਿ ਮੈਂ ਕੋਈ ਮਾਹਰ ਨਹੀਂਗਾ, ਪਰ ਜਿਹੜਾ ਪ੍ਰਕਰਮਾਂ ਦਾ ਲੈਵਲ ਹੈ ਤੇ ਸਰੋਵਰ ਦਾ ਲੈਵਲ ਹੈ ਤੇ ਉਸ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਦਾ ਲੈਵਲ ਹੈ, ਜੇ ਉਸ ਹਿਸਾਬ ਨਾਲ ਇਸ ਸਾਰੇ ਢਾਂਚੇ ਨੂੰ ਜਾਂ ਦੇਖਿਆ ਜਾਵੇ ਇਹ ਉਹ ਤੋਂ ਉੱਪਰ ਨਹੀਂ ਹੈ, ਉੱਚਾ ਨਹੀਂ ਹੈ। ਤੇ ਹਾਂ ਉਸ ਹਿਸਾਬ ਨਾਲ ਇਹਨੂੰ ਇਸ ਤੇ ਮੈਂ ਕਹਿੰਦਾ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਕਿਉਂਕਿ ਇੱਕ ਦੇਖੋ ਮੀਡੀਆ ਦੇ ਲਈ ਅਸੀਂ ਇੱਕ ਹਮੇਸ਼ਾ ਤਮਾਸ਼ਾ ਬਣਾਉਂਦੇ ਆ ਸਿੱਖਾਂ ਦੀਆਂ, ਭਾਵੇਂ ਉਹ ਇਮਾਰਤਾਂ ਹੋਣ, ਭਾਵੇਂ ਕੋਈ ਵਿਚਾਰ ਦੀ ਗੱਲ ਹੋਵੇ, ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬਾਣੀ ਦੀ ਗੱਲ ਹੋਵੇ ਜਾਂ ਹੋਰ ਹੈ, ਤੇ ਹੋਰ ਕੋਈ ਕਿਸੇ ਕੌਮ ਦੇ ਵਿੱਚ ਇਦਾਂ ਨਹੀਂ ਕਦੇ ਤੁਸੀਂ ਸੁਣਿਆ ਕਦੇ ਕੋਈ ਬਾਈਬਲ ਦੇ ਉੱਪਰ, ਕਦੇ ਰਮਾਇਣ ਦੇ ਉੱਪਰ, ਮਹਾਭਾਰਤ ਦੇ ਉੱਪਰ ਕਦੇ ਕੋਈ ਮੁੱਦਾ ਬਣਿਆ ਹੋਵੇ, ਕੁਰਾਨ ਸ਼ਰੀਫ ਤੇ ਕੋਈ ਮੁੱਦਾ ਬਣਿਆ ਹੋਵੇ, ਪਰ ਸਾਡੇ ਮੁੱਦੇ ਬਣਦੇ ਨੇ। ਤੇ ਇਸ ਕਰਕੇ ਮੈਂ ਕਹਿੰਦਾ ਇਹਨੂੰ ਬਚਣਾ ਚਾਹੀਦਾ ਬੈਠ ਕੇ ਇਹਦੇ ਤੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਭਾਈ ਵਡਾਲਾ ਹੋਰੀ ਨੇ, ਭਾਵੇਂ ਹੋਰ ਮਾਹਰ ਨੇ, ਬੈਠ ਕੇ ਇਹ ਗੱਲ ਮਸਲਾ ਹੱਲ ਹੋ ਸਕਦਾ ਹੈਗਾ। ਤੇ ਇਹਨੂੰ ਮੀਡੀਆ ਦੇ ਵਿੱਚ ਇਸ ਤਰ੍ਹਾਂ ਚੱਕਣਾ ਤੇ ਮੀਡੀਆ ਦੇ ਵਿੱਚ ਇਹਦੀਆਂ ਤਸਵੀਰਾਂ ਨਸ਼ਰ ਕਰਨੀਆਂ ਤੇ ਇਹਦੇ ਤੇ ਇਹ ਕਹਿਣਾ ਕਿ ਇਹ ਤਾਂ ਬਹੁਤ ਕੁਝ ਤਬਾਹ ਹੋ ਜਾਊਗਾ ਜੇ ਇਦਾਂ, ਮੈਂ ਸਮਝਦਾ ਕਿ ਇਹਨੂੰ ਇੱਕ ਸਿੱਖ ਵਿਚਾਰਧਾਰਾ ਨੂੰ ਅਸਲੀ ਜਿਹੜੀ ਟਰੂ ਉਹਨੂੰ ਸੰਜੀਦਗੀ ਦੇ ਨਾਲ ਲਿਆ ਜਾਣਾ ਚਾਹੀਦਾ। ਪਰ ਜੇ ਆਪਾਂ ਉਦਾਂ ਦੇਖ ਲਈਏ ਉਹ ਜੇ ਉਹ ਹੰਸਲੀਆਂ ਨੇ, ਕਿਉਂਕਿ ਅਸੀਂ ਇੱਥੇ ਦਾਵਾ ਨਹੀਂ ਕਰ ਰਹੇ, ਪ੍ਰੀਤਮ ਸਿੰਘ ਰੁਪਾਲ ਵੀ ਦਾਵਾ ਨਹੀਂ ਕਰ ਰਹੇ, ਜਸਟ ਉਹਨਾਂ ਨੇ ਜਦੋਂ ਉਦੋਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਦੋਂ ਵੀ ਇਹੋ ਜਿਹੇ ਢਾਂਚੇ ਮਿਲੇ ਸੀ 1984 ਤੋਂ ਬਾਅਦ। ਹੋ ਸਕਦਾ ਹੈ ਕਿ ਇਹ ਵੀ ਉਹੇ ਜਿਹੀਆਂ ਹੀ ਪਾਣੀ ਵਾਲੀਆਂ ਹੰਸਲੀਆਂ ਹੋਣ, ਤੇ ਜੇ ਇਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਤਾਂ ਇਹਨਾਂ ਨੂੰ ਉੱਥੇ ਹੀ ਧਰਤੀ, ਮਤਲਬ ਇਹਨਾਂ ਦਾ ਕੰਮ ਤਾਂ ਧਰਤੀ ਦੇ ਅੰਦਰ ਹੀ ਹੁੰਦਾ ਨਾ ਭਾਈ ਸਾਹਿਬ, ਬਿਲਕੁਲ ਇਹਨਾਂ ਨੂੰ ਬਾਹਰ ਤਾਂ ਕੱਢਿਆ ਨਹੀਂ ਜਾ ਸਕਦਾ। ਯਾਨੀ ਕਿ ਜੇ ਪ੍ਰੀਜ਼ਰਵ ਕਰਨਾ ਤਾਂ ਇਹਨਾਂ ਨੂੰ ਉੱਥੇ ਹੀ ਦੱਬ ਦਿੱਤਾ ਜਾਣਾ ਚਾਹੀਦਾ। ਨਹੀਂ, ਜੇ ਦੇਖੋ ਜੇ ਤੁਸੀਂ ਹੁਣੇ ਪ੍ਰੀਜ਼ਰਵ ਕਰਨਾ, ਇੱਕ ਪੁਰਾਤਨ ਸ਼ਹਿਰ ਹੈ ਅੰਮ੍ਰਿਤਸਰ, ਤੁਸੀਂ ਉਹ ਹੰਸਲੀ ਕਿੱਥੋਂ ਚੱਲੀ, ਪਾਣੀ ਦਾ ਚੈਨਲ ਕਿੱਥੋਂ ਸ਼ੁਰੂ ਹੋਇਆ, ਉਹਨੂੰ ਤੁਸੀਂ ਸਾਰੇ ਨੂੰ ਉਹਨੂੰ ਜ਼ਮੀਨ ਦੇ ਹੇਠੋਂ ਕੱਢ ਕੇ ਤਾਂ ਤੁਸੀਂ ਇਹ ਕਰ ਨਹੀਂ ਸਕਦੇ। ਇੱਕ ਵੱਡੀ ਖੋਜ ਵੀ ਹੋ ਸਕਦੀ ਹੈ। ਹਾਂ, ਨਹੀਂ ਖੋਜ ਹੋ ਸਕਦੀ ਹੈ, ਪਰ ਤੁਸੀਂ ਸਿਰਫ ਇਹਦੇ ਦਰਸ਼ਨ ਕਰਾਉਣ ਵਾਸਤੇ ਇਹਨੂੰ ਜ਼ਮੀਨ ਦੇ ਹੇਠੋਂ ਨਹੀਂ ਕੱਢ ਸਕਦੇ। ਇਹ ਜਿਵੇਂ ਹੁਣ ਇੱਥੇ ਜਮਨਾਨਗਰ ਜ਼ਿਲ੍ਹੇ ਦੇ ਵਿੱਚ ਹਰਿਆਣਾ ਦੇ ਵਿੱਚ ਚੱਲ ਰਿਹਾ, ਹਰਿਆਣਾ ਸਰਕਾਰ ਇਸ ਤੇ ਬੜੇ ਚਿਰ ਦੀ ਲੱਗੀ ਹੋਈ ਹੈ, RSS ਬੜੇ ਚਿਰ ਦੀ ਲੱਗੀ ਹੋਈ ਹੈ ਵੀ ਸਰਸਵਤੀ ਨਦੀ ਇੱਥੇ ਹੈ, ਉਹ ਡੂੰਗੀ ਉਹਦੀ ਇੰਨੇ ਖੁਦਾਈ ਲੈ ਗਏ ਕਿ ਜਿੱਥੇ ਜ਼ਮੀਨ ਵਾਲਾ ਹੇਠਾਂ ਪਾਣੀ ਨਿਕਲਿਆ ਉਹ ਕਹਿੰਦੇ ਜੀ ਇਹ ਸਰਸਵਤੀ ਨਦੀ ਹੈ। ਹੁਣ ਇਦਾਂ ਦਾ ਜਿਹੜਾ ਵਹਿਮ ਭਰਮ ਤੁਸੀਂ ਨਹੀਂ ਨਾ ਪਾਲ ਸਕਦੇ। ਤੇ ਇਹ ਹੈਗਾ ਵੀ ਸਾਰੀ ਸੰਗਤ ਨੂੰ, ਪੁਰਾਣੇ ਜਿਹੜੇ ਅੰਮ੍ਰਿਤਸਰ ਦੇ ਵਸਨੀਕ ਨੇ, ਸਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹਾਂ, ਬਿਲਕੁਲ ਉਹਨਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਜੇ ਕੁਝ ਹਿੱਸਾ ਜਿਹੜਾ ਹੈ ਸੰਗਤ ਦੇ ਦਰਸ਼ਨ ਲਈ ਤੁਸੀਂ ਦਿਖਾ ਸਕਦੇ ਹੋ, ਰੱਖ ਸਕਦੇ ਹੋ, ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ। ਤੇ ਇਸ ਗੱਲ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਵੀ ਇਹਨਾਂ ਨੂੰ ਪ੍ਰਸ਼ਾਸਨ ਹੀ ਬਣਾਉਂਦਾ ਸੀ, ਜਿਹੜੀਆਂ ਹੰਸਲੀਆਂ ਤੋਂ ਬਣਨੀਆਂ ਪ੍ਰਸ਼ਾਸਨ ਵੱਲੋਂ ਬਣਾਈਆਂ ਜਾਂਦੀਆਂ? ਨਹੀਂ, ਪ੍ਰਸ਼ਾਸਨ ਤਾਂ ਕਿਸੇ ਤਰੀਕੇ ਨਾਲ ਉਦੋਂ ਸ਼ਾਮਲ ਨਹੀਂ। ਦੇਖੋ ਜਦੋਂ ਦਰਬਾਰ ਸਾਹਿਬ ਬਣਿਆ, ਬੜੀ ਉਹ ਹੈ, ਇਹ ਚੀਜ਼ਾਂ ਉਦੋਂ ਦੀਆਂ ਬਣੀਆਂ ਹੋਈਆਂ ਨੇ, ਤੇ ਪ੍ਰਸ਼ਾਸਨ ਤਾਂ ਉਦੋਂ ਇਹਦੇ ਚ ਸ਼ਾਮਲ ਹੁੰਦਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਕਾਇਦਾ ਗੁਰਦੁਆਰਾ ਪ੍ਰਬੰਧ ਦਾ ਹਿੱਸਾ ਬਣਦਾ, ਉਦੋਂ ਪ੍ਰਸ਼ਾਸਨ ਇਹ ਸ਼ਾਮਲ ਹੁੰਦਾ। ਉਦੋਂ ਪਹਿਲਾਂ ਸਿੱਖ ਸੰਗਤ ਸੀ, ਸਿੱਖ ਸੰਗਤ ਦੇ ਸਹਿਯੋਗ ਨਾਲ ਇੱਕ ਧਾਰਮਿਕ ਅਕੀਦੇ ਦੇ ਨਾਲ ਸਾਰੀ ਗੱਲ ਸੀ ਜਿਹੜੀ, ਯਾਨੀ ਕਿ ਜਦੋਂ ਦਰਬਾਰ ਸਾਹਿਬ ਦੀ ਉਸਾਰੀ ਹੋਈ ਆ ਉਦੋਂ ਤੋਂ ਹੀ ਲੈ ਕੇ ਸ਼ਾਇਦ ਹਾਂਜੀ ਹਾਂ ਬਿਲਕੁਲ, ਉਦੋਂ ਹੋ ਸਕਦਾ ਕੋਈ ਚੈਨਲ ਹੋਰ ਤਰੀਕੇ ਦੇ ਹੋਣ, ਜਿਉਂ-ਜਿਉਂ ਵਿਕਾਸ ਹੋਇਆ ਸਾਰਾ, ਤੇ ਉਹਦੇ ਤੋਂ ਤਾਂ ਬੜਾ ਹੈ ਜਿਹੜਾ ਸਮਾਂ ਲੰਘ ਗਿਆ, ਉਸ ਤੋਂ ਬਾਅਦ ਕਿੰਨੀਆਂ ਸਦੀਆਂ ਲੰਘ ਗਈਆਂ, ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਜਿਨ੍ਹਾਂ ਨੇ। ਇਹ ਵੀ ਬੜੀ ਦਿਲਚਸਪ ਗੱਲ ਹੈ ਜਾਣਨ ਵਾਲੀ ਕਿ ਹੰਸਲੀਆਂ, ਜੇ ਹੰਸਲੀਆਂ ਨੇ ਤਾਂ ਪਾਣੀ ਹੁਣ ਵੀ ਦਿਖਾਈ ਦੇ ਰਿਹਾ ਹੈ ਵੀ ਇਹ ਪਾਣੀ ਕਿੱਧਰੋਂ ਆਉਂਦਾ ਹੈ, ਕਿੱਧਰ ਨੂੰ ਜਾਂਦਾ ਹੈ। ਇਹ ਵੀ ਬੜੀ ਦਿਲਚਸਪ ਜਾਂਚ ਹੋਣੀ ਚਾਹੀਦੀ ਹੈ ਇਹਦੀ ਵੀ। ਨਹੀਂ, ਉਹਦੇ ਚ ਜਾਂਚ ਵਾਲੀ ਗੱਲ ਤਾਂ ਕੋਈ ਗੱਲ ਹੈ ਨਹੀਂ ਸੀ, ਕਿਉਂਕਿ ਪਾਣੀ ਤਾਂ ਬਾਹਰੋਂ ਪਾਇਆ ਹੀ ਜਾਂਦਾ ਸੀ ਨਾ ਚੈਨਲ ਰਾਹੀਂ, ਠੀਕ ਹੈ, ਤੇ ਅਖੀਰ ਤੱਕ ਪਾਇਆ ਜਾਂਦਾ ਰਿਹਾ, ਕਿਉਂਕਿ ਹੁਣ ਟੈਕਨੋਲੋਜੀ ਬਦਲ ਗਈ ਹੈ ਬਿਲਕੁਲ। ਪਰ ਹੁਣ ਵੀ ਪਾਣੀ ਖੜਾ ਵੀ, ਹੁਣ ਪਾਣੀ ਇਹ ਕਿੱਧਰ ਨੂੰ ਜਾਂਦਾ ਹੈ, ਇਹ ਵੀ ਸਵਾਲ ਨਹੀਂ। ਦੇਖੋ ਜਿਹੜਾ ਦਰਬਾਰ ਸਾਹਿਬ ਦਾ ਹੇਠੋਂ ਜਿਹੜਾ ਫਲੋਰ ਹੈ ਉਹ ਕੱਚਾ ਹੈ, ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ, ਕਿਉਂਕਿ ਪਾਣੀ ਤਾਂ ਜੀਰਨਾ ਹੀ ਹੁੰਦਾ ਨਾ ਧਰਤੀ ਦੇ ਵਿੱਚ। ਤੇ ਇਹ ਹੈ ਵੀ ਉਹ ਇਹਦੇ ਤੇ ਕੋਈ ਬਹੁਤੀ ਨਹੀਂ ਕੋਈ ਗੱਲ ਹੁੰਦੀ ਵੀ ਇਹ ਇਦਾਂ ਦੀ ਕੋਈ ਖੋਜ ਵਾਲੀ। ਪਾਣੀ ਜੇ ਜ਼ੀਰੋ ਆ ਤਾਂ ਜਿੱਥੋਂ ਪਾਣੀ ਦਾ ਇਨਲੈਟ ਹੈ ਜਾਂ ਆਊਟਲੈਟ ਹੈ, ਪਾਣੀ ਨੇ ਉੱਥੇ ਜਾਣਾ, ਇਹ ਚੱਕਰ ਜੀ। ਹਾਂਜੀ, ਸੋ ਇਹ ਜਿੰਨੀ ਕੁ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਹੈ, ਇਹ ਬਿਲਕੁਲ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ, ਕਿਉਂਕਿ ਇਸ ਮੁੱਦੇ ਨੂੰ ਜਿਵੇਂ ਕਿਹਾ ਹੈ ਪ੍ਰੀਤਮ ਸਿੰਘ
ਹੋਣਾ ਨੇ ਕਿ ਇਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਪਹਿਲਾਂ ਵੀ ਬਹੁਤ ਸਾਰਾ ਕੁਝ ਅਸੀਂ ਗਵਾ ਚੁੱਕੇ ਹਾਂ, ਪਰ ਇਹ ਵੀ ਨਹੀਂ ਹੈ ਕਿ ਜੇ ਪਾਣੀ ਵਾਲੀਆਂ ਹੰਸਲੀਆਂ ਨੇ ਤਾਂ ਇਹਨਾਂ ਨੂੰ ਢਾਈ ਦਿੱਤਾ ਜਾਵੇ ਕਿ ਇਹ ਕੋਈ ਪੁਰਾਤਨ ਜਾਂ ਫਿਰ ਕੋਈ ਇਤਿਹਾਸਿਕ ਇਮਾਰਤ ਨਹੀਂ ਹੈ ਜਾਂ ਵਿਰਾਸਤੀ ਇਮਾਰਤ ਨਹੀਂ ਹੈ। ਤੇ ਗੱਲ ਤਾਂ ਇਹ ਹੈ ਕਿ ਜਿੰਨੀਆਂ ਵੀ ਚੀਜ਼ਾਂ ਸਾਡੇ ਕੋਲ ਪੁਰਾਣੀਆਂ ਬਚੀਆਂ ਨੇ, ਚਾਹੇ ਉਹ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਨੇ, ਚਾਹੇ ਧਰਮ ਨਾਲ ਸੰਬੰਧਿਤ ਨੇ, ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੁਰਾਣਾ ਪੰਜਾਬ ਹੈ ਜਿਹੜਾ ਉਹ ਕਿਹੋ ਜਿਹਾ ਹੁੰਦਾ ਸੀ ਉਹਦੇ ਬਾਰੇ ਵੀ ਜਾਣ ਸਕਣ ਲੋਕ। ਤੇ ਦਰਬਾਰ ਸਾਹਿਬ ਦੇ ਨਾਲ ਇਹ ਖਾਸ ਕਰਕੇ ਜੁੜਿਆ ਹੋਇਆ ਮਸਲਾ ਹੈ ਤੇ ਇਹ ਤਾਂ ਜ਼ਰੂਰ ਹੀ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਤਾਂ ਪ੍ਰੀਤਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਧੰਨਵਾਦ।